कह रहे सी कि मैनू मेरा वारिस मिल गया। ਦੀਪ ਦੀ ਜਦੋਂ ਗੱਲ ਚੱਲੀ ਤਾਂ ਦੀਪ ਸਾਡੇ ਵਿਚਕਾਰ ਨਹੀਂ ਰਿਹਾ। ਤੁਸੀਂ ਕਿਹਾ ਕਿ ਰਿਲੇ ਰੇਸ ਚੱਲ ਪਊਗੀ, ਮੈਂ ਨਹੀਂ ਰਵਾਂਗਾ, ਲੜਾਈ ਫਿਰ ਵੀ ਜਾਰੀ ਰਹੇਗੀ। ਵਾਰਿਸ ਕੌਣ ਹੋਊਗਾ? ਤਾਂ ਹਕੂਮਤ ਨੇ ਲੈ ਲਿਆ, ਇਹ ਸ਼ਹੀਦ ਕਰਤਾ ਹੈ ਨਾ। ਆਹੀ ਕਿਰਪਾਨ ਫੜਾਈ ਸੀਗੀ। ਇਹ ਅਫਗਾਨਿਸਤਾਨ ਦੀ ਜੰਗ 'ਚ ਵੀ ਜਾ ਕੇ ਆਈ ਹੈ ਨਾ। ਇਸ ਨੇ ਕੱਦੂ ਖੀਰੇ ਤਾਂ ਵੱਡੇ ਨਹੀਂ, ਜੋ ਕੁਛ ਇਹਨੇ ਵੱਢਿਆ ਉਹ ਇਹਦੇ ਵਿੱਚ ਹੈਗਾ। ਇਹਨੂੰ ਪੁੱਛ ਲਓ ਕੀ ਕੁਛ ਵੱਢਿਆ ਤਾਂ। ਸ੍ਰੀ ਸਾਹਿਬ ਦਾ ਜ਼ਿਕਰ ਤੁਸੀਂ ਕੀਤਾ। ਸ੍ਰੀ ਸਾਹਿਬ ਕਿੱਥੋਂ ਲਈ ਸੀ ਇਹ, ਜੇ ਮੈਂ ਪੁੱਛਾਂ ਕਦੋਂ ਦੀ ਹੈ? ਰੂਸ ਦੀ ਜੰਗ ਲੱਗੀ ਹੋਈ ਹੈ। ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਜਾਵਾਂਗੇ ਉੱਥੇ। ਕੋਸ਼ਿਸ਼ਾਂ ਹੋ ਰਹੀਆਂ ਨੇ ਜਾਣ ਬਾਰੇ। ਅਸੀਂ ਵੀ ਦਿੱਲੀ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤੇ ਇਹ ਇੰਡੀਆ ਦਾ ਬੜਾ ਫੇਲੀਅਰ ਹੈ ਇੰਟੈਲੀਜੈਂਸ ਦਾ ਕਿ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਇੰਡੀਆ ਦੇ ਹਕੂਮਤ ਮੋਦੀ ਸਾਹਿਬ ਨੂੰ ਕਿਉਂ ਨਹੀਂ ਕਹਿ ਸਕੀ ਕਿ ਰੂਸ ਨੇ ਹੁਣ ਹਮਲਾ ਕਰਨਾ ਹੈ ਤੇ ਤੁਸੀਂ ਜਿਹੜੇ ਤੁਹਾਡੇ ਉੱਥੇ ਵਿਦਿਆਰਥੀ ਡਾਕਟਰ ਹੈਗੇ ਆ, ਹੋਰ ਸਿਟੀਜ਼ਨਸ ਹੈ, ਉਹਨਾਂ ਨੂੰ ਕੱਢ ਲਓ। ਕਿ ਹਿੰਦੂਤਵ ਨੂੰ ਤਜਰਬਾ ਨਹੀਂ ਹੈ ਰਾਜ ਕਰਨ ਦਾ, ਸਿੱਖਾਂ ਨੂੰ ਤਜਰਬਾ ਹੈ। ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਹੈ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ, ਮਸਲਾ ਨੇ ਰਾਜ ਕੀਤਾ ਹੈ, ਤੇ ਸਾਰਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਸਹੀ ਬਣਾਈ ਹੈ। ਪੋਲੀਟਿਕਸ ਦਾ ਪ੍ਰਭਾਵ ਕੀ ਪਊਗਾ ਪੰਜਾਬ ਦੇ ਉੱਤੇ? ਜਿਵੇਂ ਪੁੱਛਾਂ, ਜੰਗ ਲੱਗੀ ਹੋਈ ਹੈ, ਜੀਓ ਪੋਲੀਟਿਕਸ ਦੇ ਬਹੁਤ ਵੱਡੇ ਵਿਦਵਾਨ ਹੋ ਤੁਸੀਂ ਵੀ। ਸੋ ਇਹ ਹਿੰਦੁਤਵਾ ਬਹੁਤ ਭਾਰੀ ਗਲਤੀ ਕਰ ਰਿਹਾ ਹੈ ਜਿਹੜਾ ਰੂਸ ਦਾ ਇਹ ਖੰਡਨ ਨਹੀਂ ਕਰ ਰਿਹਾ। ਇਹਦੇ ਨਤੀਜੇ ਕਸ਼ਮੀਰ, ਲਦਾਖ, ਸਿੱਕਮ, ਭੂਟਾਨ, ਅਰੁਣਾਚਲ, ਨਾਰਥ ਈਸਟਰਨ ਸਟੇਟਸ ਦੇ ਉੱਤੇ ਹੋ ਸਕਦੇ। ਜੀਓ ਪੋਲੀਟਿਕਸ ਚੋਂ ਸਿਮਰਨਜੀਤ ਸਿੰਘ ਮਾਨ ਦੇ ਸੁਪਨਿਆਂ ਦਾ ਦੇਸ਼ ਨਿਕਲਦਾ। BBMB ਦੇ ਮੁੱਦੇ ਦੇ ਉੱਤੇ ਕੀ ਪ੍ਰੋਗਰਾਮ ਦੇ ਰਹੇ ਹੋ? ਜੇ ਮੈਂ ਪੁੱਛਾਂ, ਜਾਂ ਸਿਟਕੋ ਦੇ ਜਿਹੜੇ MD ਨੇ ਉਹ ਵੀ UT ਕਾਡਰ ਦੇ ਲਾਏ ਗਏ ਨੇ, ਜਾਂ ਡੈਨਿਕਸ ਦੇ ਅਫਸਰ ਲਾਏ ਗਏ ਨੇ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੇ ਵਿੱਚ। ਇਹ ਜਿਹੜੇ ਪਾਣੀ ਹੈਗੇ ਡੈਮਸ ਦੇ, ਇਹ ਹਾਈਡਰੋਲੋਜੀਕਲ ਵਾਰ ਦੇ ਲਈ ਇਸਤੇਮਾਲ ਹੋ ਸਕਦੇ ਕਿ ਕਿਸੇ ਮੌਕੇ ਜਿਹੜਾ ਇੰਡਸ ਬੇਸਨ ਹੈ ਇਸ ਦਾ ਅਸੀਂ ਟੋਟਲ ਨੁਕਸਾਨ ਕਰ ਸਕਦੇ ਹਾਂ। ਕੋਈ ਸਾਨੂੰ ਗੋਲੀ ਨਹੀਂ ਚਲਾਉਣੀ ਪੈਣੀ, ਕੋਈ ਹਵਾਈ ਜਹਾਜ਼ ਨਹੀਂ ਫੂਕਣੇ ਪੈਣੇ, ਕੋਈ ਤੋਪ ਨਹੀਂ ਚਲਾਉਣੀ ਪੈਣੀ। ਸਿਰਫ ਗੇਟ ਖੋਲ੍ਹ ਦਿਓ ਤੇ ਇੰਡਸ ਬੇਸਨ ਤੇ ਸਿੱਖ ਤੇ ਪੰਜਾਬੀ ਰੁੜ ਜਾਣ। ਪੰਜਾਬ ਬਾਰੇ ਕਿਹਾ ਜਾਂਦਾ ਹੈ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪੰਜਾਬੀ ਹਮੇਸ਼ਾ ਹੀ ਜੂਝਦੇ ਆਏ ਨੇ। ਪੰਜਾਬੀ ਮੁਗਲ ਕਾਲ ਵੇਲੇ ਵੀ ਜੂਝੇ, ਪੰਜਾਬ ਬ੍ਰਿਟਿਸ਼ ਰਾਜ 'ਚ ਵੀ ਜੂਝਿਆ, ਪੰਜਾਬ 1984 'ਚ ਵੀ ਜੂਝਿਆ, ਤੇ ਪੰਜਾਬ ਅੱਜ ਵੀ ਜੂਝ ਰਿਹਾ ਨਸ਼ਿਆਂ ਦੇ ਖਿਲਾਫ। ਪੰਜਾਬ ਦਾ ਇੱਕ ਖਿੱਤਾ ਆਜ਼ਾਦੀ ਦੀ ਗੱਲ ਵੀ ਕਰਦਾ ਹੈ। ਪੰਜਾਬ ਦਾ ਇੱਕ ਖਿੱਤਾ ਗੱਲ ਕਰਦਾ ਹੈ ਖਾਲਿਸਤਾਨ ਦੀ, ਤੇ ਸਾਡੇ ਨਾਲ ਨੇ ਸਿਮਰਨਜੀਤ ਸਿੰਘ ਮਾਨ ਜਿਹੜੇ ਲੰਮੇ ਸਮੇਂ ਤੋਂ ਖਾਲਿਸਤਾਨ ਦੀ ਲੜਾਈ ਲੜ ਰਹੇ ਨੇ। ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਨੇ। ਸਵਾਗਤ ਹੈ ਸਰਦਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਨ ਸਾਹਿਬ, ਅੱਜ ਬਰਗਾੜੀ ਇਕੱਤਰਤਾ ਸੱਦੀ ਗਈ। ਪਹਿਲਾਂ ਵੀ ਬਰਗਾੜੀ ਪੰਥ ਇਕੱਠ ਹੋਏ, ਮੋਰਚਾ ਲੱਗਿਆ ਬਰਗਾੜੀ ਦੇ ਵਿੱਚ, ਕੁਛ ਨਿਕਲ ਕੇ ਨਹੀਂ ਆਇਆ। ਅੱਜ ਵੀ ਤੁਸੀਂ 5 ਜਿਹੜੇ ਮਤੇ ਪਾਸ ਕੀਤੇ ਆ ਸਾਡੇ ਤੱਕ ਪਹੁੰਚੇ ਆ। ਕੀ ਲੱਗਦਾ ਸੰਗਤਾਂ ਨੇ ਕਬੂਲ ਤਾਂ ਕੀਤਾ, ਪਰ ਪ੍ਰੈਕਟੀਕਲੀ ਰੂਪ ਦੇ ਵਿੱਚ ਪ੍ਰਮਾਣ ਚੜੇ ਨੇ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਕੀ ਦੇ ਰਹੇ ਹੋ ਵੱਡਾ? ਇਹ 18 ਨੂੰ ਹੋਲੇ ਮਹੱਲੇ ਤੇ ਤੈਅ ਕਰਾਂਗੇ ਕਿ ਅਗਲਾ ਪ੍ਰੋਗਰਾਮ ਕੀ ਹੋਣਾ ਚਾਹੀਦਾ ਹੈ। ਅੱਜ ਦਾ ਤਾਂ ਪ੍ਰੋਗਰਾਮ ਸੀਗਾ ਕਿ ਜਿਹੜੇ 240 ਦਿਨਾਂ ਤੋਂ ਮੋਰਚਾ ਬਰਗਾੜੀ ਦਾ ਲੱਗਿਆ, ਜਿਹਦੇ ਵਿੱਚ ਮਹਾਰਾਜ ਦੀ ਬੇਅਦਬੀ ਕੀਤੀ ਗਈ ਹੈ, ਤੇ ਜਿਹੜਾ ਸਰਦਾਰ ਦੀਪ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਸ਼ਹੀਦ ਕਰਾਇਆ ਗਿਆ ਹਕੂਮਤ ਨੇ, ਉਹਦੇ ਬਾਰੇ ਸੀਗਾ। ਤੇ ਇਹ ਬਹੁਤ ਕਾਮਯਾਬੀ ਦੇ ਨਾਲ ਅੱਜ ਦਾ ਮੋਰਚਾ ਸਮਾਪਤ ਹੋਇਆ। ਪਰ ਮੋਰਚਾ ਚੱਲੀ ਜਾਊਗਾ ਜਿੰਨਾ ਚਿਰ ਸਰਕਾਰ ਦੋਸ਼ੀਆਂ ਨੂੰ, ਬਾਦਲ ਨੂੰ, ਸੁਖਬੀਰ ਨੂੰ, ਸਮੇਤ ਸੈਣੀ ਨੂੰ ਤੇ ਸਰਸੇ ਵਾਲੇ ਸਾਧ ਨੂੰ ਗ੍ਰਿਫਤਾਰ ਨਹੀਂ ਕਰੂਗੀ, ਤੇ ਅਸੀਂ ਚਲਾਈ ਜਾਵਾਂਗੇ।
ਮਾਨ ਸਾਹਿਬ, ਜਿਸ ਤਰੀਕੇ ਦੇ ਨਾਲ ਦੀਪ ਸਿੱਧੂ ਹੋਰਾਂ ਦੀ ਮੌਤ ਦੀ ਗੱਲ ਕੀਤੀ ਹੈ, ਤੁਸੀਂ ਪਰਿਵਾਰ ਕਹਿ ਰਿਹਾ ਕਿ ਐਕਸੀਡੈਂਟ ਆ, ਪਰਿਵਾਰ ਨੇ ਮੰਨ ਲਿਆ, ਤੇ ਇੱਕ ਸਵਾਲ ਇਹ ਵੀ ਖੜਾ ਕੀਤਾ ਪਰਿਵਾਰ ਨੇ, ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੇਵਾਦਾਰ ਜਿਹੜੇ ਅਮਰਤਪਾਲ ਸਿੰਘ, ਜਿਨ੍ਹਾਂ ਨੇ ਅੱਜ ਸਪੀਚ ਵੀ ਦਿੱਤੀ, ਦੁਬਈ ਤੋਂ ਨਾਲ ਜੁੜੇ ਸੀਗੇ ਮੋਰਚੇ ਦੌਰਾਨ ਅੱਜ ਜਿਹੜਾ ਇਕੱਤਰਤਾ ਦੇ ਵਿੱਚ, ਉਹਨਾਂ ਦੀ ਨਿਯੁਕਤੀ ਤੇ ਵੀ ਸਵਾਲ ਖੜੇ ਕੀਤੇ ਆ। ਗੱਲਬਾਤ ਹੋਈ ਤੁਹਾਡੀ ਦੀਪ ਦੇ ਪਰਿਵਾਰ ਨਾਲ ਇਸ ਬਾਰੇ? ਨਹੀਂ, ਮੇਰੇ ਨਾਲ ਜੀ ਇਹੋ ਜਿਹੀ ਚੀਜ਼ ਨਾ ਕਰੋ, ਪੰਥ ਨੂੰ ਚੱਲਣ ਦਿਓ। ਤੇ ਤੁਸੀਂ ਜਿਹੜੀ ਚੀਜ਼ ਪੁੱਛਣਾ ਚਾਹੁੰਦੇ ਹੋ ਨਾ, ਜਿਹੜੀਆਂ ਪਾਰਟੀ ਜਿਹੜੀਆਂ ਆਪਣੇ ਆਪ ਨੂੰ ਸਿੱਖ ਸੰਘਰਸ਼ੀ ਸਫੇ ਕਹਿੰਦੀਆਂ, ਇਹ ਸਵਾਲ ਉਹਨਾਂ ਨੂੰ ਪੁੱਛੋ। ਇਹ ਮੈਂ ਤਾਂ ਇਹ ਸਾਰਿਆਂ ਦੇ ਨਾਲ ਚੱਲਣ ਵਾਲਾ ਆਦਮੀ ਹੈ। ਜਿਹੜੀ ਟੁੱਟ ਫੁੱਟ ਦੀ ਉਹ ਹੋਰ ਕਿਸੇ ਨੂੰ ਪੁੱਛ ਲਿਓ, ਮੈਨੂੰ ਕੀ ਪੁੱਛਦੇ ਹੋ ਜਦੋਂ ਮੈਨੂੰ ਦਿਖੀ ਨਹੀਂ ਕੋਈ ਟੁੱਟ ਫੁੱਟ। ਤੁਹਾਨੂੰ ਦਿਖੀ ਹੈ ਤੇ ਜਾਓ ਇਹਦਾ ਐਵੀਡੈਂਸ ਲਿਆਓ ਤੇ ਲੋਕਾਂ ਦੇ ਕੋਲੇ ਦਿਖਾਓ, ਹਨਾ। ਮੇਰਾ ਮਤਲਬ ਇਹ ਸੀ ਕਿ ਮਾਨ ਯੂਨਾਈਟ ਕਰਨ ਦੇ ਲਈ ਯੋਗਦਾਨ ਪਾਉਣਗੇ ਸਭ ਨੂੰ। ਬਿਲਕੁਲ, ਮੈਂ ਕਿਹਾ ਕਿ ਸਾਰਿਆਂ ਨੂੰ ਅਸੀਂ ਯੂਨਾਈਟਿਡ ਕਰਨਾ ਚਾਹੁੰਦੇ ਹਾਂ। ਕਿ ਬਾਦਲ ਦਲ ਦੀ ਅੱਜ ਬਹੁਤ ਭਾਰੀ ਹਾਰ ਹੋਈ ਹੈ, ਜਿਹੜੀ 1996 ਦੇ ਵਿੱਚ ਉਹਨਾਂ ਨੇ ਮੋਗੇ ਕਾਨਫਰੰਸ ਕਰਕੇ ਅਕਾਲੀ ਦਲ ਦਾ ਜਿਹੜਾ ਇਹ ਢਾਂਚਾ ਸੀ ਉਹ ਤੋੜ ਕੇ ਪੰਜਾਬੀ ਪਾਰਟੀ ਬਣਾ ਕੇ ਬੀਜੇਪੀ RSS ਨਾਲ ਰਲ ਗਏ ਸੀਗੇ। ਅੱਜ ਉਹਦਾ ਖੁਲਾਸਾ ਹੋਇਆ ਤੇ ਅੱਜ ਉਹ ਜਿਹੜਾ ਗੱਠਜੋੜ ਸੀ ਉਹ ਖਤਮ ਹੋ ਗਿਆ। ਤੇ ਜਿਹੜੇ ਸਿੱਖ ਜਥੇਬੰਦੀਆਂ ਨੇ ਆਮ ਪਾਰਟੀ ਨੂੰ ਵੋਟਾਂ 2017 ਦੇ ਵਿੱਚ, 2019 ਦੇ ਵਿੱਚ ਤੇ ਹੁਣ ਪਾਈਆਂ, ਉਹਨਾਂ ਦਾ ਵੀ ਅੱਜ ਬੁਰਾ ਹਾਲ ਹੀ ਹੋਇਆ। ਜਿਹੜਾ ਕਿ ਉਹ ਨਾ ਤਾਂ ਸਿੱਧੂ ਸਾਹਿਬ ਦੇ ਸੰਸਕਾਰ ਤੇ ਆਏ ਹੈ, ਨਾ ਉਹ ਭੋਗ ਤੇ ਆਏ ਹੈ, ਨਾ ਅੱਜ ਆਏ ਹੈ। ਤਾਂ ਉਹਨਾਂ ਨੇ ਪੰਥ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ। BBMB ਦੇ ਮੁੱਦੇ ਦੇ ਉੱਤੇ ਕੀ ਪ੍ਰੋਗਰਾਮ ਦੇ ਰਹੇ ਹੋ ਅਗਲਾ, ਜੇ ਮੈਂ ਪੁੱਛਾਂ? ਜਾਂ ਸਿਟਕੋ ਦੇ ਜਿਹੜੇ MD ਨੇ ਉਹ ਵੀ UT ਕਾਡਰ ਦੇ ਲਾਏ ਗਏ ਨੇ, ਜਾਂ ਡੈਨਿਕਸ ਦੇ ਅਫਸਰ ਲਾਏ ਗਏ ਨੇ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੇ ਵਿੱਚ? ਪੰਜਾਬ ਦੀ ਮੁਕੰਮਲ ਜਿਹੜੀ ਕਹਿ ਲਈਏ ਇੱਕ ਜਿਹੜੀ ਮੈਂਬਰਸ਼ਿਪ ਸੀ ਉਹ ਕਿਤੇ ਨਾ ਕਿਤੇ ਰੱਦ ਕਰ ਦਿੱਤੀ ਗਈ ਹੈ ਪੰਜਾਬ ਹਰਿਆਣੇ ਦੀ BBMB ਦੇ ਵਿੱਚੋਂ। ਇਹ ਐ ਹੈ ਕਿ ਸੈਂਟਰ ਪੰਜਾਬ ਦੇ ਉੱਤੇ ਇਤਬਾਰ ਨਹੀਂ ਕਰਦਾ, ਕਿਉਂ ਕਰਕੇ ਇਹ ਜਿਹੜੇ ਡੈਮਸ ਨੇ ਭਾਖੜਾ, ਬਿਆਸ, ਫਿਰ ਰਾਵੀ, ਫਿਰ ਚਨਾਬ, ਇਹਨਾਂ ਦੇ ਉੱਤੇ ਡੈਮਸ ਬਣੀਆਂ ਹੋਈਆਂ ਤੇ ਇਹ ਇੱਕ ਜੰਗ ਦੇ ਲਈ ਇਸਤੇਮਾਲ ਹੋ ਸਕਦੀਆਂ, ਵੈਪਨ ਆਫ ਵਾਰ। ਇਸ ਕਰਕੇ ਹੁਕੂਮਤ ਨੇ ਸਮਝਿਆ, ਹਿੰਦੁਤਵਾ ਨੇ, ਕਿ ਜੇ ਪੰਜਾਬ ਦਾ ਅਫਸਰ ਉੱਥੇ ਲੱਗੂਗਾ, ਜਿੱਦਣ ਅਸੀਂ ਗੇਟ ਖੋਲ੍ਹਣੇ ਹੋਏ, ਜਿਵੇਂ 1988 ਦੇ ਵਿੱਚ ਸਤਲੁਜ ਦੇ ਡੈਮ ਦੇ ਗੇਟ ਖੋਲ੍ਹ ਕੇ ਸਿੱਖਾਂ ਦਾ ਨੁਕਸਾਨ ਕੀਤਾ ਸੀਗਾ, ਜਦੋਂ ਸਾਡੀ ਮੂਵਮੈਂਟ ਆਜ਼ਾਦੀ ਦੇ ਲਈ ਜੋਬਨ ਸੀਗੀ, ਤੇ ਇਹਨਾਂ ਨੇ ਡਰ ਪੈਦਾ ਕੀਤਾ ਕਿ ਆ ਵੀ ਸਾਡੇ ਕੋਲੇ ਹਥਿਆਰ ਤੇ ਸ਼ਸਤਰ ਹੈ, ਜੇ ਤੁਸੀਂ ਕਿਸੇ ਤਰ੍ਹਾਂ ਦੀ ਚੂੰ ਕੀਤੀ ਤੇ ਅਸੀਂ ਤੁਹਾਨੂੰ ਹੀ ਡੁਬੋ ਦਾਂਗੇ। ਸੋ ਇਹ ਵੈਪਨ ਆਫ ਵਾਰ ਹੈਗਾ। ਤੇ ਜਦੋਂ ਕਬਜ਼ਾ ਅਫਗਾਨਿਸਤਾਨ ਦੇ ਉੱਤੇ ਅਮਰੀਕਾ ਦਾ ਹੋਇਆ, ਉਸ ਸਮੇਂ ਦੇ ਵਿੱਚ ਵੀ ਇੰਡੀਆ ਨੇ ਜਿਹੜੀਆਂ ਦਰਿਆ ਅਫਗਾਨਿਸਤਾਨ ਦੇ ਸੀਗੇ ਉੱਥੇ ਵੀ ਡੈਮਸ ਬਣਾਈਆਂ ਕਿ ਕਿਸੇ ਮੌਕੇ ਜਿਹੜਾ ਇੰਡਸ ਬੇਸਨ ਹੈ ਇਸ ਦਾ ਅਸੀਂ ਟੋਟਲ ਨੁਕਸਾਨ ਕਰ ਸਕਦੇ ਹਾਂ। ਕੋਈ ਸਾਨੂੰ ਗੋਲੀ ਨਹੀਂ ਚਲਾਉਣੀ ਪੈਣੀ, ਕੋਈ ਹਵਾਈ ਜਹਾਜ਼ ਨਹੀਂ ਫੂਕਣੇ ਪੈਣੇ, ਕੋਈ ਤੋਪ ਨਹੀਂ ਚਲਾਉਣੀ ਪੈਣੀ, ਸਿਰਫ ਗੇਟ ਖੋਲ ਦਿਓ ਤੇ ਇੰਡਸ ਬੇਸਨ ਤੇ ਸਿੱਖ ਤੇ ਪੰਜਾਬੀ ਰੁੜ ਜਾਣਗੇ। ਇਹ ਵੀ ਹੁੰਦਾ, ਧਰਮ ਨਿਰਪੱਖ ਦੇਸ਼ ਕਿਹਾ ਜਾਂਦਾ ਹੈ, ਡੈਮੋਕ੍ਰੇਸੀ ਹੈ, ਤੁਸੀਂ ਵੀ ਚੋਣਾਂ ਲੜਦੇ ਹੋ ਡੈਮੋਕ੍ਰੇਸੀ ਦੇ ਵਿੱਚ, ਐਂ ਵੀ ਹੋ ਸਕਦਾ ਨਾ? ਹੋ ਕਿਉਂ ਨਹੀਂ ਸਕਦਾ? ਜਦੋਂ 1988 ਦੇ ਵਿੱਚ ਕਿਹਾ ਤਾਂ ਹੈ, ਜਦੋਂ ਸਿੱਖਾਂ ਦਾ ਜੰਗ ਆਜ਼ਾਦੀ ਦੇ ਲਈ ਸੀ, ਤੁਹਾਨੂੰ ਪਤਾ ਨਹੀਂ 1988 ਦੇ ਵਿੱਚ ਇਹਨਾਂ ਨੇ ਗੇਟ ਖੋਲ੍ਹਤੇ ਸੀਗੇ ਤੇ ਹੜ੍ਹ ਆ ਗਿਆ ਸੀ ਸਾਰੇ ਪੰਜਾਬ ਦੇ ਵਿੱਚ। ਜਿਹੜਾ ਰੈਫਰੈਂਸ ਦਿੱਤਾ ਜਾਂਦਾ ਇਹਨਾਂ ਦੇ ਵੱਲੋਂ, ਕੁਝ ਕੁ ਸਾਲ ਪਹਿਲਾਂ ਵੀ ਪਾਣੀ ਆ ਗਿਆ ਸੀ, ਅਜਿਹੇ ਰੈਫਰੈਂਸ ਦਿੱਤਾ ਜਾਂਦਾ ਕਿ ਪਿੱਛੋਂ ਪਾਣੀ ਵੱਧ ਆ ਜਾਂਦਾ, ਇਸ ਕਰਕੇ ਨਹੀਂ, ਉਹ ਤਾਂ ਛੱਡੀਦਾ ਜੇ ਉੱਤੋਂ ਪਾਣੀ ਜ਼ਿਆਦਾ ਆ ਜੇ ਤੇ ਇਹ ਡੈਮ ਉਨਾ ਪਾਣੀ ਝੱਲ ਨਾ ਸਕੇ, ਉਹ ਤਾਂ ਵੈਸੇ ਹੀ ਖੋਲ੍ਹੀ ਦਾ ਹੁੰਦਾ ਹੈ।
ਪਰ ਕਿਸੇ ਦੇ ਉੱਤੇ ਹਮਲਾ ਕਰਨ ਦੇ ਲਈ ਥੋੜੀ ਖੋਲ੍ਹਦੇ। ਮੇਰਾ ਸਵਾਲ ਇਹ ਸੀਗਾ ਕਿ ਬੀਬੀਐਮਬੀ ਦੇ ਲਈ ਕੀ ਪ੍ਰੋਗਰਾਮ ਦੇ ਰਹੇ ਹੋ ਵਿਰੋਧ ਦੇ ਵਿੱਚ? ਹੁਣ ਜਿਹੜੇ ਲੋਕ ਰੁੜ ਜਾਣਗੇ ਉਹਨਾਂ ਨੂੰ ਇਕੱਠਾ ਹੋਣਾ ਚਾਹੀਦਾ ਹੈ। ਇਹਦੇ ਵਿੱਚ ਦੂਜੇ ਮੁਲਕ ਵੀ ਹੈਗੇ ਹੈ, ਅਸੀਂ ਵੀ ਹੈਗੇ ਹੈ, ਤੇ ਇਹ ਤਾਂ ਵੱਡੀ ਸਲਾਹ ਲੈਣੀ ਚਾਹੀਦੀ ਹੈ ਕਿ ਇਹ ਅੱਜ ਇੰਡਸ ਵਾਟਰ ਟਰੀਟੀ ਦੀ ਮੀਟਿੰਗ ਇਸਲਾਮਾਬਾਦ 'ਚ ਹੋ ਰਹੀ ਹੈ। ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਕਿ ਅਸੀਂ ਕੀ ਕਹਿੰਦੇ ਹਾਂ, ਕਿ ਇਹ ਜਿਹੜੇ ਪਾਣੀ ਹੈਗੇ ਆ ਡੈਮਸ ਦੇ, ਇਹ ਹਾਈਡਰੋਲੋਜੀਕਲ ਵਾਰ ਦੇ ਲਈ ਇਸਤੇਮਾਲ ਹੋ ਸਕਦੇ ਆ। ਇਹ ਤਾਂ ਇਹ ਤੇ ਸਾਡਾ ਮਤਲਬ ਹੈ ਕਿ UN ਦੇ ਕਬਜ਼ੇ ਦੇ ਵਿੱਚ ਸਾਰੀਆਂ ਡੈਮਸ ਦੇ ਹੈਡਵਰਕਸ ਹੋਣ, ਜਿਹੜਾ ਕੋਈ ਵੀ ਦੇਸ਼ ਇਹਨਾਂ ਦੇ ਗੇਟ ਨਾ ਖੋਲ੍ਹ ਸਕੇ ਤੇ ਹੜ੍ਹ ਨਾ ਪੰਜਾਬ ਦੇ ਇੰਡਸ ਬੇਸਨ ਦੇ ਵਿੱਚ ਲਿਆ ਸਕੇ। ਮਾਨ ਸਾਹਿਬ, ਤੁਸੀਂ ਕਿਹਾ ਕਿ ਇੰਡੀਆ ਨੂੰ ਪੰਜਾਬ ਤੇ ਇਤਬਾਰ ਨਹੀਂ, ਕਿ ਪੰਜਾਬ ਨੂੰ ਇੰਡੀਆ ਤੇ ਇਤਬਾਰ ਹੈਗਾ? ਇਹ ਤੁਸੀਂ ਜ਼ਿਆਦਾ ਟੈਲੀਵਿਜ਼ਨ ਦੇ ਵਿੱਚ ਲੋਕਾਂ 'ਚ ਰਹਿੰਦੇ ਹੋ, ਇਹ ਤਾਂ ਜਵਾਬ ਤੁਸੀਂ ਦੇ ਦਿਓ, ਕਿਉਂ ਕਰਕੇ ਤੁਸੀਂ ਸਾਰਿਆਂ ਨੂੰ ਮਿਲਦੇ ਹੋ। ਜੇ ਤੁਹਾਨੂੰ ਇਤਬਾਰ ਲੱਗਦਾ ਪੰਜਾਬ ਦਾ ਤਾਂ ਦੱਸ ਦਿਓ ਇੰਡੀਆ ਨੂੰ ਕਿ ਇਹ ਸਾਨੂੰ ਤਾਂ ਲੱਗਦਾ ਹੈਗਾ ਇਤਬਾਰ। ਇਹ ਤਾਂ ਤੁਸੀਂ ਹੁਣ ਮੈਨੂੰ ਕੀ ਪੁੱਛਦੇ ਹੋ? ਤੁਹਾਡੇ ਕੋਲੇ ਕੈਮਰੇ ਹੈ, ਤੁਹਾਡੇ ਕੋਲੇ ਸਾਰੇ ਆ ਬੈਠੇ ਹੈ, ਇਹਨਾਂ ਨੂੰ ਪੁੱਛ ਲਓ। ਯੂਕਰੇਨ ਰੂਸ ਦੀ ਜੰਗ ਲੱਗੀ ਹੋਈ ਹੈ, ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਅਸੀਂ ਜਾਵਾਂਗੇ ਉੱਥੇ, ਕੋਸ਼ਿਸ਼ਾਂ ਹੋ ਰਹੀਆਂ ਨੇ ਜਾਣ ਬਾਰੇ, ਗੱਲਬਾਤ ਹੋਈ ਹੈ? ਹਾਂ, ਸਾਡੀ ਗੱਲਬਾਤ ਅਮਰੀਕਾ, ਸਾਡੇ ਬੂਟਾ ਸਿੰਘ ਕਨਵੀਨਰ ਹੈਗੇ ਅਮਰੀਕਾ ਦੇ, ਉਹਨਾਂ ਨੇ ਯੂਕਰੇਨ ਦੀ ਐਮਬੈਸੀ ਜਿਹੜੀ ਵਾਸ਼ਿੰਗਟਨ DC ਹੈ ਉਹਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਜੇ ਤੱਕ ਯੂਕਰੇਨ ਦੀ ਐਮਬੈਸੀ ਬੰਦ ਹੈਗੀ ਹੈ। ਇਸੇ ਤਰ੍ਹਾਂ ਸਾਡੇ ਗੁਰਦਿਆਲ ਸਿੰਘ ਅਟਵਾਲ ਸਾਹਿਬ ਕਨਵੀਨਰ ਹੈਗੇ ਹੈ UK ਦੇ, ਉਹਨਾਂ ਨੇ ਵੀ ਲੰਡਨ ਦੇ ਵਿੱਚ ਟਰਾਈ ਕੀਤੀ ਹੈ ਕਿ ਯੂਕਰੇਨ ਦੀ ਐਮਬੈਸੀ ਦੇ ਨਾਲ ਗੱਲਬਾਤ ਕਰੀਏ। ਅਜੇ ਤੱਕ ਉਹਨਾਂ ਨੂੰ ਜਵਾਬ ਨਹੀਂ ਮਿਲ ਰਿਹਾ। ਅਸੀਂ ਵੀ ਦਿੱਲੀ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਨੂੰ ਜਵਾਬ ਯੂਕਰੇਨ ਦੀ ਐਮਬੈਸੀ ਤੋਂ ਨਹੀਂ ਮਿਲ ਰਿਹਾ। ਜਦੋਂ ਸਾਨੂੰ ਮਿਲੂਗਾ ਅਸੀਂ ਪੂਰੀ ਤਰ੍ਹਾਂ ਉੱਥੇ ਜਾਵਾਂਗੇ। ਤੇ ਇਹ ਇੰਡੀਆ ਦਾ ਬੜਾ ਫੇਲੀਅਰ ਹੈ ਇੰਟੈਲੀਜੈਂਸ ਦਾ ਕਿ IB ਤੇ ਮਿਲਟਰੀ ਇੰਟੈਲੀਜੈਂਸ ਇੰਡੀਆ ਦੇ ਹਕੂਮਤ ਮੋਦੀ ਸਾਹਿਬ ਨੂੰ ਕਿਉਂ ਨਹੀਂ ਕਹਿ ਸਕੀ ਕਿ ਰੂਸ ਨੇ ਹੁਣ ਹਮਲਾ ਕਰਨਾ ਹੈ ਤੇ ਤੁਸੀਂ ਜਿਹੜੇ ਤੁਹਾਡੇ ਉੱਥੇ ਵਿਦਿਆਰਥੀ ਡਾਕਟਰ ਹੈਗੇ ਆ, ਹੋਰ ਸਿਟੀਜ਼ਨਸ ਹੈ, ਉਹਨਾਂ ਨੂੰ ਕੱਢ ਲਓ। ਤੇ ਜੇ ਅਮਰੀਕਾ ਨੇ ਟਾਈਮ ਸਿਰ ਕੱਢ ਲਏ ਹੈ, ਬਰਤਾਨੀਆ ਨੇ ਕੱਢ ਲਏ ਹੈ, ਫਰਾਂਸ ਨੇ ਕੱਢ ਲਏ ਹੈ, ਤੇ ਫਿਰ ਇੰਡੀਆ ਦੀ ਜਿਹੜੀ ਇੰਟੈਲੀਜੈਂਸ ਹੈ ਇਹ ਬਹੁਤ ਕਮਜ਼ੋਰ ਹੋ ਚੁੱਕੀ ਹੈ। ਇਸ ਨੇ ਇਹ ਵੀ ਨਹੀਂ ਦੱਸਿਆ ਕਿ ਚੀਨੀ 2020 ਦੇ ਵਿੱਚ ਲਦਾਖ ਦੇ ਵਿੱਚ ਹਮਲਾ ਕਰ ਰਹੇ ਹੈ, ਤੇ ਹੁਣ ਵੀ ਇਹਨਾਂ ਨੇ ਰੂਸ ਦੇ ਬਾਰੇ ਨਹੀਂ ਦੱਸਿਆ। ਪਰ ਅਫਸੋਸ ਹੈ ਕਿ ਹਿੰਦੂਤਵਾ ਦਾ ਕਦੇ ਰਾਜ ਇਤਿਹਾਸ ਦੇ ਵਿੱਚ ਹੋਇਆ ਨਹੀਂ, ਸਿਰਫ ਯੋਧਿਆਂ ਦੀ ਕਹਾਣੀ ਸੁਣਦੇ ਆ। ਇਹਨਾਂ ਨੂੰ ਤਜਰਬਾ ਨਹੀਂ ਹੈ ਰਾਜ ਕਰਨ ਦਾ। ਤਜਰਬਾ ਤਾਂ ਨਹੀਂ ਕਿਉਂ ਕਰਕੇ ਜਿਹੜਾ ਦਾ ਡਾਇਰੈਕਟਰ ਹੈ, IB ਦਾ ਡਾਇਰੈਕਟਰ ਹੈ, ਜਿਹੜਾ ਹੋਮ ਸੈਕਟਰੀ ਹੈ, ਉਹਨਾਂ ਦੀ ਰਿਟਾਇਰਮੈਂਟ ਦਾ ਸਮਾਂ ਆ ਚੁੱਕਿਆ, ਪਰ ਉਹਨਾਂ ਨੂੰ 2-2 ਸਾਲ ਹੋਰ ਉਹਨਾਂ ਦੀ ਨੌਕਰੀ ਵਧਾਈ ਗਈ ਹੈ, ਜਿਹਦਾ ਮਤਲਬ ਹੈ ਇਹ ਹਕੂਮਤ ਜਿਹੜੇ ਫੇਲ ਹੋ ਜਾਣ ਉਹਨਾਂ ਨੂੰ ਪ੍ਰਮੋਸ਼ਨ ਦਿੰਦੀ ਹੈ, ਤੇ ਜਿਹੜੇ ਸਹੀ ਖਬਰ ਦੇਣ ਉਹਨਾਂ ਨੂੰ ਲੁਕਾ ਕੇ ਰੱਖਦੇ ਆ। ਹੁਣ ਈਸਟਰਨ ਇਹ ਵੈਸਟਰਨ ਕਮਾਂਡ ਹੈ, ਨਾਰਦਰਨ ਕਮਾਂਡ ਹੈ, ਜਿਹੜਾ ਸਾਹਮਣਾ ਕਰ ਰਿਹਾ ਚੀਨ ਪਾਕਿਸਤਾਨ ਦਾ, ਠੀਕ ਹੈ, ਪਰ ਉੱਥੇ ਕੋਈ ਸਿੱਖ ਜਨਰਲੀ ਨਹੀਂ ਹੈ। ਜੇ ਜਨਰਲੀ ਸਿੱਖ ਨਹੀਂ ਹੋਊਗਾ ਤੇ ਜਨਰਲ ਕਿਵੇਂ ਉੱਥੇ ਕਮਾਂਡ ਕਰ ਸਕਣਗੇ ਚੀਨੀਆਂ ਨੂੰ, ਪਾਕਿਸਤਾਨ ਨੂੰ, ਹੋਰ ਨੂੰ? ਤੁਸੀਂ ਕਿਹਾ ਕਿ ਹਿੰਦੂਤਵ ਨੂੰ ਤਜਰਬਾ ਨਹੀਂ ਹੈ ਰਾਜ ਕਰਨ ਦਾ, ਸਿੱਖਾਂ ਨੂੰ ਤਜਰਬਾ ਹੈ? ਸਿੱਖਾਂ ਨੂੰ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ ਹੈ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ, ਮਿਸਲਾਂ ਨੇ ਰਾਜ ਕੀਤਾ ਹੈ, ਤੇ ਸਾਰਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਸਹੀ ਬਣਾਈ ਹੈ, ਤੇ ਰਾਖੀ ਕਰਦੇ ਸੀਗੇ, ਕਿਸੇ ਦੇ ਉੱਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਨਹੀਂ ਸੀ ਹੋਣ ਦਿੰਦੇ। ਤੇ ਸਾਨੂੰ ਤਾਂ ਤਜਰਬਾ ਹੈ, ਤੇ ਤਦੇ ਤੋਂ ਮੈਂ ਤਜਰਬੇ ਤੋਂ ਤਾਂ ਗੱਲ ਕਰ ਰਿਹਾ। ਹੁਣ ਜੇ ਮੈਨੂੰ ਨਾ ਤਜਰਬਾ ਹੁੰਦਾ ਸਿੱਖਾਂ ਨੂੰ, ਤੇ ਮੈਂ ਕਿਵੇਂ ਕਹਿ ਦਿੰਦਾ ਕਿ ਇਹਨਾਂ ਦੀ ਇੰਟੈਲੀਜੈਂਸ ਫੇਲ ਹੋ ਰਹੀ ਹੈ।
200 ਸਾਲ ਹੋ ਗਏ ਸਿੱਖਾਂ ਦੇ ਰਾਜ ਗਏ ਨੂੰ, ਤੁਸੀਂ ਉਸ ਰਾਜ ਦੇ ਲਈ ਲਗਾਤਾਰ ਲੜਦੇ ਆ ਰਹੇ ਹੋ। ਹਾਂਜੀ, ਸਾਡਾ ਹੱਕ ਹੈ ਲੜਨ ਦੇ ਲਈ, ਉਹਦੇ ਲਈ ਲੜ ਰਹੇ ਹਾਂ। ਦਿਨ ਨੇੜੇ ਆ ਜੇ ਮੈਂ ਪੁੱਛਾਂ? ਇਹ ਤੁਹਾਨੂੰ ਪਤਾ ਸਰ ਸਾਹਿਬ, ਤੁਸੀਂ ਟੀਵੀ ਵਾਲੇ ਹੋ, ਤੁਸੀਂ ਪਤਾ ਕਰੋ। ਮੈਂ ਤਾਂ ਲੜਦਾ ਹਾਂ। ਜਰਨੈਲ ਸਿਪਾਹੀ ਨੂੰ ਕਹਿੰਦਾ ਸਿਪਾਹੀਆ ਲੜੇਗਾ, ਸਿਪਾਹੀ ਕਹਿੰਦਾ ਜਨਾਬ ਹੋਰ ਮੇਰਾ ਕੰਮ ਕੀ ਹੈ। ਅਸੀਂ ਤਾਂ ਲੜਨ ਵਾਲੇ ਹਾਂ, ਤੁਸੀਂ ਦੇਖਣ ਵਾਲੇ ਹੋ, ਤੁਸੀਂ ਦੱਸੋ। ਜੀਓ ਪੋਲਿਟਿਕਸ ਦਾ ਪ੍ਰਭਾਵ ਕੀ ਪਊਗਾ ਪੰਜਾਬ ਦੇ ਉੱਤੇ? ਜੇ ਮੈਂ ਪੁੱਛਾਂ, ਜੰਗ ਲੱਗੀ ਹੋਈ ਹੈ ਜੀਓ ਪੋਲਿਟਿਕਸ ਤੇ, ਬਹੁਤ ਵੱਡੇ ਵਿਦਵਾਨ ਹੋ ਤੁਸੀਂ ਵੀ। ਚੀਨ ਤੇ ਰੂਸ ਦਾ ਬਹੁਤ ਤਕੜਾ ਸਮਝੌਤਾ ਹੈ ਤੇ ਚੀਨ ਹੜੱਪ ਕਰ ਸਕਦੀ ਹੈ ਕਸ਼ਮੀਰ, ਲਦਾਖ, ਸਿੱਕਮ, ਭੂਟਾਨ, ਨਾਰਥ ਈਸਟਰਨ ਸਟੇਟਸ ਹੈਗੀਆਂ ਜਿਹੜੀਆਂ, ਤੇ ਫਿਰ ਜਿਹੜਾ ਨੀਫਾ ਹੈਗਾ ਜਿਹਨੂੰ ਅਰੁਣਾਚਲ ਕਰਦੇ ਹੈ, ਇਹ ਇੱਕਦਮ ਹਮਲਾ ਕਰ ਸਕਦੇ ਹੈ। ਅਖਲਾਕੀ ਤੌਰ ਤੇ ਇਹਦੇ ਖਿਲਾਫ ਇੰਡੀਆ ਕਹਿ ਨਹੀਂ ਸਕਦਾ, ਕਿਉਂ ਕਰਕੇ ਇੰਡੀਆ ਨੇ ਜੋ ਰੂਸ ਨੇ ਕੀਤਾ ਯੂਕਰੇਨ ਦੇ ਨਾਲ, ਉਹਦੇ ਵਿੱਚ ਖਾਮੋਸ਼ੀ ਧਾਰੀ ਹੋਈ ਹੈ, ਜਿਹਦਾ ਮਤਲਬ ਹੈ ਕਿ ਉਹ ਰੂਸ ਦੀ ਇਮਦਾਦ ਦੇ ਪਿੱਛੇ ਹੈਗਾ। ਸੋ ਇਹ ਹਿੰਦੁਤਵਾ ਬਹੁਤ ਭਾਰੀ ਗਲਤੀ ਕਰ ਰਿਹਾ ਹੈ ਜਿਹੜਾ ਰੂਸ ਦਾ ਇਹ ਖੰਡਨ ਨਹੀਂ ਕਰ ਰਿਹਾ। ਇਹਦੇ ਨਤੀਜੇ ਕਸ਼ਮੀਰ, ਲਦਾਖ, ਸਿੱਕਮ, ਭੂਟਾਨ, ਅਰੁਣਾਚਲ, ਨਾਰਥ ਈਸਟਰਨ ਸਟੇਟਸ ਦੇ ਉੱਤੇ ਹੋ ਸਕਦੇ ਆ। ਜੇ ਮੈਂ ਪੁੱਛਾਂ ਜੀਓ ਪੋਲਿਟਿਕਸ ਚੋਂ ਸਿਮਰਨਜੀਤ ਸਿੰਘ ਮਾਨ ਦੇ ਸੁਪਨਿਆਂ ਦਾ ਦੇਸ਼ ਨਿਕਲਦਾ? ਦੇਸ਼ ਤਾਂ ਇਸ ਤਰ੍ਹਾਂ ਨਿਕਲ ਜਾਂਦੇ ਹੁੰਦੇ ਆ। ਹੁਣ ਦੇਖੋ, ਜੇ ਤੁਸੀਂ ਇਮਦਾਦ ਕਰੋਗੇ ਸਾਡੀ ਸਿੱਖਾਂ ਦੀ, ਕਿਉਂ ਕਰਕੇ ਅੱਜ ਜਿਹੜਾ ਮੀਡੀਆ ਸਾਡੇ ਖਿਲਾਫ ਹੈ, ਟ੍ਰਿਬਿਊਨ, ਹਿੰਦੁਸਤਾਨ ਟਾਈਮਸ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, UNI, PTI, ਇਹ ਤਾਂ ਸਾਡੀ ਖਬਰ ਹੀ ਨਹੀਂ ਦਿੰਦੇ। ਤੇ ਜੇ ਤੁਸੀਂ ਸਿੱਖ ਕੌਮ ਦੀ ਇਮਦਾਦ ਕਰੋਗੇ ਸ਼ਾਇਦ ਹੋ ਸਕੂਗਾ। ਮਾਨ ਸਾਹਿਬ, ਯੂਕਰੇਨ ਨੂੰ ਲੈ ਕੇ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਕਿ ਭਾਰਤੀ ਏਜੰਸੀਆਂ ਫੇਲ ਰਹੀਆਂ, ਸਟੂਡੈਂਟਸ ਨੂੰ ਪਹਿਲਾਂ ਕੱਢਣਾ ਚਾਹੀਦਾ ਸੀ, ਤੁਹਾਡੇ ਇਸ ਬਿਆਨ ਦਾ ਵਿਰੋਧ ਹੋ ਰਿਹਾ ਹੈਗਾ, ਪੰਜਾਬ ਦੀ ਕਈ MP ਕਰ ਰਹੇ ਆ। ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਜਦੋਂ ਸਿੱਖਾਂ ਨੇ ਸਾਰੀ ਦੁਨੀਆ ਦੇ ਵਿੱਚ ਜਦੋਂ ਕੋਵਿਡ ਦੀ ਬਿਮਾਰੀ ਫੈਲੀ ਹੈ, ਸਿੱਖ ਜਥੇਬੰਦੀਆਂ ਨੇ ਘਰ ਘਰ ਰਾਸ਼ਨ ਪਹੁੰਚਾਏ ਹੈ, ਘਰ ਘਰ ਦਵਾਈਆਂ ਭੇਜੀਆਂ, ਘਰ ਘਰ ਆਕਸੀਜਨ ਦਿੱਤਾ ਹੈ। ਇਹਦਾ ਮਤਲਬ ਹੈ ਕਿ ਸਿੱਖ ਕੌਮ ਇੰਟਰਨੈਸ਼ਨਲ ਪੱਧਰ ਦੇ ਉੱਤੇ ਦਿਖਣ ਲੱਗ ਪਈ। ਅੱਜ ਜੇ ਸਿੱਖ ਉੱਥੇ ਹੈਗੇ ਹੈ, ਜੇ ਉਹ ਕਹਿ ਦੇਣ ਯੂਕਰੇਨ ਨੂੰ ਅਸੀਂ ਮੈਡੀਕਲ ਸੇਵਾ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਮਸ਼ੀਨ ਗਨ ਤੇ ਬੈਠਦੇ ਹਾਂ, ਤਾਂ ਫਿਰ ਜਦੋਂ ਇਹਦਾ ਅੰਤ ਹੋਊਗਾ ਤਾਂ ਸਿੱਖ ਕੌਮ ਚਮਕ ਕੇ ਆਊਗੀ। ਤੇ ਹੋ ਸਕਦਾ ਹੈ ਕਿ ਜਿਹੜੇ ਉਦੋਂ ਬਾਅਦ ਅਮਨ ਦੀ ਗੱਲ ਹੋਵੇ, ਸਿੱਖਾਂ ਦਾ ਨਾਂ ਉਹਦੇ ਵਿੱਚ ਆ ਸਕਦਾ ਕਿ ਸਿੱਖ ਵੀ ਸੀਗੇ ਜਿਨ੍ਹਾਂ ਨੇ ਰੂਸ ਦੇ ਖਿਲਾਫ ਖੜੇ ਹੈ। ਹੁਣ ਤੁਸੀਂ ਸਮਝ ਗਏ? ਹਾਂ, ਐ ਹੁੰਦਾ ਜੀ। ਹਾਂ, ਜਿਹੜਾ ਨਹੀਂ ਜਾਣਦਾ ਉਹ ਨਾੜੀ ਆ, ਉਹਦਾ ਕੀ ਕੀਤਾ ਜਾਵੇ। ਹੁਣ MPs ਨੂੰ ਕੀ ਪਤਾ ਹੈਗਾ? ਇਹਨਾਂ ਨੇ ਤਾਂ ਇਹ ਮੇਰਾ ਮਤਲਬ ਰੇਤ ਵਾਲਿਆਂ ਤੋਂ, ਸਮੈਕ ਵਾਲਿਆਂ ਤੋਂ ਇਹ ਲੈ ਲੂ ਲੈਂਦੇ ਆ ਤੇ ਗੁਜ਼ਾਰਾ ਕਰ ਲੈਂਦੇ। ਇਹਨਾਂ ਨੂੰ ਕੋਈ ਪਤਾ ਹੋਵੇ ਤਾਂ ਹੈ ਨਾ। ਕੌਣ ਲੈਂਦਾ ਜੀ? ਇਹ ਤਾਂ ਤੁਹਾਡਾ ਹੈਗਾ ਏਰੀਆ ਦੱਸਣ ਦਾ, ਤੁਸੀਂ ਦੱਸੋ ਕੌਣ ਲੈਂਦਾ। ਤੁਸੀਂ ਕਹਿ ਰਹੇ ਹੋ ਕਿ MPs ਤਾਂ ਤੁਸੀਂ ਲਾਉਂਦੇ ਹੋ ਮੂੰਹ ਦੇ ਉੱਤੇ, ਤੇ ਤੁਹਾਨੂੰ ਪਤਾ ਨਹੀਂ ਇਹ ਕੌਣ ਲੈਂਦਾ ਹੈਗਾ। ਆ ਸੁਪਰੀਮ ਕੋਰਟ ਨੂੰ ਪਤਾ ਹੈ, ਉਹਨਾਂ ਨੇ ਬੇਲ ਦੇਤੀ ਹੈ ਇੱਕ ਬਹੁਤ ਵੱਡੇ ਜਿਹੜਾ ਡਰੱਗ ਲਾਰਡ ਹੈ, ਉਸ ਨੇ ਬੇਲ ਦਿੱਤੀ ਹੈ, ਜਿਹੜਾ ਇੱਕ ਬਲਾਤਕਾਰੀ MLA ਹੈ। ਤੇ ਸੁਪਰੀਮ ਕੋਰਟ ਨੂੰ ਪਤਾ, ਤੇ ਤੁਹਾਨੂੰ ਕਿਉਂ ਨਹੀਂ ਪਤਾ ਹੈਗਾ ਫਿਰ? ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ। ਜੇ ਮੈਂ ਪੁੱਛਾਂਗਾ ਜੀਓ ਪੋਲਿਟਿਕਸ ਚੋਂ ਕੌਮ ਦਾ ਭਵਿੱਖ ਕੀ ਦੇਖਦੇ ਹੋ? ਦੇਖੋ, ਅਸੀਂ ਤਾਂ ਲੜੀ ਜਾਂਦੇ ਹਾਂ, ਸਾਡਾ ਕੰਮ ਹੈ ਲੜਨਾ, ਤੇ ਨਤੀਜਾ ਤਾਂ ਰੱਬ ਹੀ ਦਿੰਦਾ ਹੁੰਦਾ ਹੈ। ਕਦੇ ਕਦੇ ਕਿਹਾ ਜਾਂਦਾ ਨਤੀਜੇ ਲੰਬੇ ਹੋ ਜਾਂਦੇ ਆ, ਨਤੀਜੇ ਲੰਬੇ ਹੋ ਗਏ ਨੇ। ਮਰ ਜਾਵਾਂਗੇ, ਦੂਜਾ ਫਿਰ ਬੇਟਨ ਚੱਕ ਲੂਗਾ, ਜਿਵੇਂ ਰੀਲੇ ਰੇਸ ਹੁੰਦੀ ਹੈ ਹਨਾ। ਐ ਥੋੜੀ ਹੈ ਕਿ ਲੜਾਈ ਕੌਮਾਂ ਦੀ ਖਤਮ ਥੋੜੀ ਹੁੰਦੀ ਹੈ। ਮਰ ਜਾਵਾਂਗੇ, ਭੋਗ ਪਾ ਦਿਓ ਸਾਡਾ। ਉਦੋਂ ਟੈਲੀਵਿਜ਼ਨ ਤੇ ਆ ਜਿਓ, ਮੇਰੇ ਬੱਚਿਆਂ ਨੂੰ ਪੁੱਛੋ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਤੁਹਾਡਾ ਪਾਪਾ ਮਰ ਗਿਆ। ਤੁਹਾਡਾ ਇੱਕ ਇੰਟਰਵਿਊ ਸੁਣ ਰਿਹਾ ਸੀ ਤੇ ਤੁਸੀਂ ਕਹਿ ਰਹੇ ਸੀ ਕਿ ਮੈਨੂੰ ਮੇਰਾ ਵਾਰਿਸ ਮਿਲ ਗਿਆ। ਦੀਪ ਦੀ ਜਦੋਂ ਗੱਲ ਚੱਲੀ ਤਾਂ ਦੀਪ ਸਾਡੇ ਵਿਚਕਾਰ ਨਹੀਂ ਰਿਹਾ। ਤੁਸੀਂ ਕਿਹਾ ਕਿ ਰਿਲੇ ਰੇਸ
ਚੱਲ ਪੂਗੀ, ਮੈਂ ਨਹੀਂ ਰਵਾਂਗਾ, ਲੜਾਈ ਫਿਰ ਵੀ ਜਾਰੀ ਰਹੇਗੀ। ਉਹ ਤਾਂ ਵਾਰਿਸ ਕੌਣ ਹੋਊਗਾ? ਉਹ ਤਾਂ ਹਕੂਮਤ ਨੇ ਲੈ ਲਿਆ, ਇਹ ਸ਼ਹੀਦ ਕਰਤਾ ਹੈ ਨਾ। ਆਹੀ ਕਿਰਪਾਨ ਫੜਾਈ ਸੀਗੀ, ਇਹ ਅਫਗਾਨਿਸਤਾਨ ਦੀ ਜੰਗ 'ਚ ਵੀ ਜਾ ਕੇ ਆਈ ਹੈ ਨਾ। ਇਸ ਨੇ ਕੱਦੂ ਖੀਰੇ ਤਾਂ ਵੱਡੇ ਨਹੀਂ, ਜੋ ਕੁਛ ਇਹਨੇ ਵੱਢਿਆ ਉਹ ਇਹਦੇ ਵਿੱਚ ਹੈਗਾ। ਇਹਨੂੰ ਪੁੱਛ ਲਓ ਕੀ ਕੁਛ ਵੱਢਿਆ ਤਾਂ ਹੈ। ਮਾਨ ਸਾਹਿਬ, ਸ੍ਰੀ ਸਾਹਿਬ ਦਾ ਜ਼ਿਕਰ ਤੁਸੀਂ ਕੀਤਾ, ਸ੍ਰੀ ਸਾਹਿਬ ਕਿੱਥੋਂ ਲਈ ਸੀ ਇਹ, ਜੇ ਮੈਂ ਪੁੱਛਾਂ ਕਦੋਂ ਦੀ ਹੈ ਇਹ? ਇਹ ਸਾਡੀ ਵਿਰਾਸਤ 'ਚ ਹੈ। ਜਿਹੜੇ ਇਹ ਸਾਡੇ ਜਰਨੈਲ ਗਏ ਹੈ ਅਫਗਾਨਿਸਤਾਨ ਦੇ ਜੰਗ ਦੇ ਵਿੱਚ, ਉਹਨਾਂ ਦੇ ਵਿੱਚੋਂ ਹੈਗੀ ਆ। ਕਿੱਥੋਂ ਮਿਲੀ ਸੀਗੀ ਇਹ, ਜੇ ਮੈਂ ਪੁੱਛਾਂ ਕਿੰਨਾ ਦੀ ਸ੍ਰੀ ਸਾਹਿਬ ਸੀਗੀ? ਇਹ ਸਾਡੇ ਘਰ 'ਚ ਹੀ ਸੀਗੀ। ਹਾਂ, ਜੇ ਮੈਂ ਪੁੱਛਾਂ ਅੱਜ ਦੀ ਕਤਰਤਾ ਦੇ ਵਿੱਚ ਤੁਸੀਂ ਅਗਵਾਈ ਕੀਤੀ, ਕਤਰਤਾ ਦੀ ਮਤੇ ਪਾਸ ਕੀਤੇ, ਕੀ ਲੱਗਿਆ ਜਦੋਂ ਸੰਗਤਾਂ 'ਚ ਵਿਚ ਰਹੇ ਹੋ, ਗੱਲਬਾਤ ਹੋਈ ਹੈ, ਕਿਹੋ ਜਿਹਾ ਹੁੰਗਾਰਾ ਸੀ? ਹਾਂ, ਦੇਖ ਲਓ, ਉਹਨਾਂ ਨੇ ਕਹਿਤਾ ਕਿ ਇਹ ਜਿਹੜਿਆਂ ਨੇ ਆਮ ਪਾਰਟੀ, ਬੀਜੇਪੀ, ਬਾਦਲ ਦਲ, ਕਾਂਗਰਸ ਦੀ ਇਮਦਾਦ ਕੀਤੀ ਹੈ, ਪੰਥ ਹੁਣ ਇੱਧਰ ਆ ਗਈ ਹੈ। ਅਸਲੀ ਅਕਾਲੀ ਦਲ ਦੇ ਜੋ ਇਹਦਾ ਮੈਨੀਫੈਸਟੋ ਹੈ, ਜਿਹਦੇ ਲਈ ਇਹ 1920 ਦੇ ਵਿੱਚ ਖੜੀ ਕੀਤੀ ਗਈ ਸੀਗੀ, ਤੇ ਜਿਹੜੇ ਰਵਾਇਤੀ ਸੀਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ 2017 'ਚ, 2019 ਦੇ ਵਿੱਚ, ਹੁਣ ਉਹ ਸਾਰੇ ਇੱਕ ਪਾਸੇ ਹੋ ਗਏ ਹੈ। ਤੇ ਹੁਣ ਲੀਹ ਖਿੱਚੀ ਗਈ ਹੈ, ਜਿਵੇਂ ਬਾਬਾ ਦੀਪ ਸਿੰਘ ਕਹਿੰਦੇ ਸੀ, ਜਿਵੇਂ ਦੀਪ ਸਿੰਘ ਸਿੱਧੂ ਕਹਿੰਦੇ ਸੀਗੇ। ਤੇ ਇਹ ਫੈਸਲਾ ਪੰਥ ਨੇ ਅੱਜ ਕੀਤਾ ਹੈ ਕਿ ਜਿਹੜੇ ਰਵਾਇਤੀ ਹੈ ਉਹ ਜਮਨਾ ਤੋਂ ਪਾਰ ਨੇ, ਤੇ ਜਿਹੜੇ ਸਿੰਘ ਤੇ ਪੰਜਾਬੀ ਆ ਉਹ ਇੱਧਰਲੇ ਪਾਸੇ ਆ। ਖਾਲਿਸਤਾਨ ਦਾ ਮੈਪ ਕਿੰਨਾ, ਜੇ ਮੈਂ ਪੁੱਛਾਂ ਜਮਨਾ ਪਾਰ ਤੱਕ? ਇਹ ਵੀ ਤੁਹਾਨੂੰ ਪਤਾ ਹੋਊਗਾ, ਮੈਨੂੰ ਕੀ ਪਤਾ ਹੈਗਾ। ਤੁਸੀਂ ਰਾਸ਼ਟਰਪਤੀ ਬਣਨਾ ਖਾਲਿਸਤਾਨ ਦੇ, ਦੱਸ ਦਿਓ। ਮੈਂ ਕਦੇ ਨਹੀਂ ਮੈਂ ਤਾਂ ਇਹ ਤੁਸੀਂ ਕਿਹਾ ਸੀ ਇੰਨਾ ਕੁ ਤਾਂ ਮੈਂ ਡਿਜ਼ਰਵ ਕਰਦਾ, ਸੀਐਮ ਨਹੀਂ ਡਿਜ਼ਰਵ ਕਰਦਾ, ਰਾਸ਼ਟਰਪਤੀ ਡਿਜ਼ਰਵ ਕਰਦਾ। ਰਾਸ਼ਟਰਪਤੀ ਨਹੀਂ, ਦੇਖੋ ਰਾਸ਼ਟਰਪਤੀ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਏ ਆ। ਤੁਸੀਂ ਕਿਉਂ ਕਰਕੇ ਹਿੰਦੁੱਤਵਾਦ ਦੇ ਸਕੂਲਾਂ 'ਚ ਪੜ੍ਹੇ ਹੋ, ਤੁਸੀਂ ਸਮਝਦੇ ਹੋ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਰਾਸ਼ਟਰਪਤੀ ਹੈ, ਤੇ ਫਿਰ ਤੁਸੀਂ ਆਪਣੀ ਜਿਹੜੀ ਜ਼ਬਾਨ ਹੈ ਇਹਨੂੰ ਸਿੱਖੀ ਦੇ ਵਿੱਚ ਤਬਦੀਲ ਕਰਕੇ ਲੈ ਕੇ ਆਓ ਕਿ ਰਾਸ਼ਟਰਪਤੀ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਗਾ, ਤੇ ਮੈਂ ਉਹਨਾਂ ਦੀ ਥਾਂ ਤਾਂ ਕਦੇ ਲੈ ਨਹੀਂ ਸਕਦਾ ਹੈਗਾ। ਸੌਰੀ, ਤੁਹਾਡਾ ਮੈਂ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ, ਤੁਸੀਂ ਕਿਹਾ ਸੀ ਕਿ ਇੰਨਾ ਕੁ ਤਾਂ ਮੈਂ ਡਿਜ਼ਰਵ ਕਰਦਾ, ਸੀਐਮ ਨਹੀਂ। ਰਾਸ਼ਟਰਪਤੀ ਨਹੀਂ ਮੈਂ ਕਦੇ ਕਿਹਾ, ਕਿਉਂ ਕਰਕੇ ਰਾਸ਼ਟਰਪਤੀ ਤਾਂ ਤੁਹਾਨੂੰ ਦੱਸੀ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸ਼ੁਕਰੀਆ ਮਾਨ ਸਾਹਿਬ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਆਏ ਸੀਗੇ ਸਰਦਾਰ ਸਿਮਰਨਜੀਤ ਸਿੰਘ ਮਾਨ, ਕਹਿ ਰਹੇ ਆ ਕਿ ਹੁਣ ਲੀਕ ਖਿੱਚ ਲਈ ਗਈ ਆ, ਲੀਕ ਖਿੱਚ ਲਈ ਆ। ਜਿਨ੍ਹਾਂ ਨੇ ਜਮਨਾ ਤੋਂ ਪਾਰ ਰਹਿਣਾ ਉਹ ਜਮਨਾ ਤੋਂ ਪਾਰ ਰਹਿ ਸਕਦੇ ਨੇ, ਤੇ ਜਿਨ੍ਹਾਂ ਨੇ ਪੰਜਾਬ ਦੇ ਲਈ ਲੜਨਾ, ਜਿਨ੍ਹਾਂ ਨੇ ਪੰਜਾਬ ਦੇ ਲਈ ਜੂਝਣਾ, ਉਹ ਸਾਡੇ ਨਾਲ ਆ ਸਕਦੇ ਨੇ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਬਰਗਾੜੀ, ਫਰੀਦਕੋਟ।